ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਜੀ ਦੇ ਸਾਹਮਣੇ ਸੁਖਮਨੀ ਸਾਹਿਬ ਦਾ ਜਿਹੜਾ ਅਰਥ ਹੈ ਉਹ ਆਪਣੇ ਵਿਚਾਰ ਰੱਖਾਂਗਾ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਗੌੜੀ ਰਾਗ ਵਿੱਚ ਸੁਖਮਨੀ ਸਾਹਿਬ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਬਾਣੀ ਰਚੀ ਹੈ। ਇਹਦੀ ਬਹੁਤ ਮਹੱਤਤਾ ਹੈਗੀ, ਲੇਕਿਨ ਆਪਾਂ ਨੂੰ ਸਾਰੀ ਗੱਲਾਂ ਸਮਝਣੀਆਂ ਚਾਹੀਦੀਆਂ ਨੇ। ਸੁਖ ਮਨੀ, ਜੇ ਆਪਾਂ ਨੂੰ ਸੁਖ ਚਾਹੀਦਾ ਹੈ, ਇਹ ਉਸ ਦੀ ਮਣੀ ਹੈਗੀ। ਮਣੀ ਮਤਲਬ ਅਮੋਲ ਜਿਹਾ ਇੱਕ ਸਟੋਨ, ਜਿਹੜਾ ਹੱਥ ਵਿੱਚ ਫੜਦੇ ਹੀ ਬੰਦੇ ਦੇ ਜਿਹੜੇ ਦੁੱਖ ਦੂਰ ਹੋ ਜਾਂਦੇ ਨੇ, ਸੁੱਖ ਆ ਜਾਂਦੇ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਮਤਲਬ ਵਨ, ਓਮ ਮਤਲਬ ਜਿਹੜਾ ਓਮ ਦਾ ਸਾਊਂਡ ਹੈਗਾ, ਓਂਕਾਰ ਉਸ ਸਾਊਂਡ ਨੂੰ ਬਣਾਉਣ ਵਾਲਾ। ਗੁਰ ਪ੍ਰਸਾਦ, ਉਹ ਓਂਗ ਜਿਹੜਾ ਇੱਕ ਓਂਗ ਹੈਗਾ, ਸੱਚੀ ਟੈਕਨੀਕ ਦੀ ਕਿਰਪਾ ਨਾਲ ਪ੍ਰਾਪਤ ਹੋਏਗਾ। ਆਦਿ ਗੁਰੇ ਨਮः, ਜਿਹੜਾ ਗੁਰ ਆਦਿ ਸ਼ੁਰੂ ਤੋਂ ਹੈ ਉਸ ਨੂੰ ਨਮਸਕਾਰ ਹੈਗਾ। ਜੁਗਾਦ ਗੁਰੇ ਨਮः, ਜਿਹੜਾ ਜੁਗਾਂ ਤੋਂ ਹੈ ਗੁਰੂ, ਉਸ ਨੂੰ ਨਮਸਕਾਰ। ਸਤਿਗੁਰ ਏ ਨਮः, ਜਿਹੜਾ ਸੱਚਾ ਗੁਰ ਹੈ ਉਸ ਨੂੰ ਵੀ ਨਮਸਕਾਰ ਹੈ। ਸ਼੍ਰੀ ਗੁਰ ਦੇਵੇ ਨਮः, ਜਿਹੜਾ ਸ਼੍ਰੀ ਗੁਰੂ ਹੈ ਉਸ ਨੂੰ ਵੀ ਨਮਸਕਾਰ ਹੈ। ਇੱਥੇ ਜਿਹੜਾ ਗੁਰ ਦੀ ਸਪੈਲਿੰਗ ਹੈ ਉਹ ਗੱਗੇ ਦੇ ਹੇਠਾਂ ਊ ਦੀ ਮਾਤਰਾ ਹੈ ਔਰ ਰਾ। ਗੁਰ, ਗੁਰ ਮਤਲਬ ਟੈਕਨੀਕ। ਗੁਰ ਦਾ ਮਤਲਬ ਗੁਰੂ ਨਹੀਂ ਹੈਗਾ ਇੱਥੇ। ਗੁਰੂ ਮਤਲਬ ਗਿਆਨ ਦੇਣ ਵਾਲੇ ਨੂੰ ਗੁਰੂ ਆਖਦੇ। ਗੁਰ ਜਿਹੜਾ ਹੈ ਉਸਦਾ ਮਤਲਬ ਹੈ ਟੈਕਨੀਕ। ਉਸ ਟੈਕਨੀਕ ਨੂੰ ਨਮਸਕਾਰ ਜਿਹੜੀ ਸ਼ੁਰੂ ਤੋਂ ਹੈ, ਆਦਿ ਤੋਂ ਹੈ, ਜੁਗਾਦਿ ਤੋਂ ਹੈ, ਔਰ ਉਹ ਸੱਚੀ ਟੈਕਨੀਕ ਹੈ, ਇਸ ਕਰਕੇ ਵੀ ਉਸ ਨੂੰ ਨਮਸਕਾਰ ਹੈਗਾ। ਔਰ ਉਸ ਨੂੰ ਮੈਂ ਸ਼੍ਰੀ ਗੁਰ ਆਖ ਕੇ ਨਮਸਕਾਰ ਕਰਤਾ ਹੂੰ। ਇਹ ਗੁਰੂ ਸਾਹਿਬ ਪੰਚਮ ਪਾਤਸ਼ਾਹ ਟੈਕਨੀਕ ਦੀ ਨਮਸਕਾਰ ਕਰਨ ਦੀ ਜਾਚ ਸਾਨੂੰ ਸਿਖਾ ਰਹੇ ਨੇ ਕਿ ਆਪਾਂ ਨੂੰ ਉਹ ਟੈਕਨੀਕ ਨੂੰ ਨਮਸਕਾਰ ਕਰਨਾ ਹੈ ਜਿਹੜੀ ਟੈਕਨੀਕ ਨਾਲ ਆਪਾਂ ਆਪਣੇ ਅੰਦਰ ਸੱਚਾ ਜੋ ਹੈ ਪਰਮਾਤਮਾ ਦਾ ਲਾਈਟ, ਉਸ ਨੂੰ ਉਜਾਗਰ ਕਰ ਸਕੀਏ। ਉਸ ਟੈਕਨੀਕ ਨੂੰ ਨਮਸਕਾਰ ਹੈਗਾ। ਉਹਨਾਂ ਨੇ ਇਸ ਸੱਚੀ ਟੈਕਨੀਕ ਨਾਲ ਉਸ ਪਰਮ ਪ੍ਰਕਾਸ਼ ਨੂੰ ਪ੍ਰਾਪਤ ਕੀਤਾ ਹੈਗਾ। ਇਸ ਕਰਕੇ ਉਹ ਸਾਨੂੰ ਵੀ ਦੱਸ ਰਹੇ ਨੇ ਕਿ ਭਾਈ ਜੁਗਾਂ ਜੁਗਾਂ ਤੋਂ ਜਿਹੜੀ ਟੈਕਨੀਕ ਸੱਚੀ ਹੈ, ਜਿਹੜੀ ਗੁਰੂ ਨਾਨਕ ਦੇਵ ਜੀ ਨੇ ਦੱਸੀ ਹੈ, ਜਿਹੜੀ ਗੁਰੂ ਅੰਗਦ ਦੇਵ ਜੀ ਨੇ ਫਾਲੋ ਕੀਤੀ ਹੈ, ਗੁਰੂ ਅਮਰਦਾਸ ਜੀ ਵੀ ਉਸ ਨੂੰ ਫਾਲੋ ਕਰਕੇ ਅੱਗੇ ਵੱਧ ਗਏ ਨੇ, ਗੁਰੂ ਰਾਮਦਾਸ ਜੀ ਵੀ ਉਸ ਨੂੰ ਫਾਲੋ ਕਰਕੇ ਅੱਗੇ ਲੰਘ ਗਏ ਨੇ।
ਉਸ ਦਾ ਵਰਣਨ ਸੁਖਮਨੀ ਸਾਹਿਬ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲੇ ਉਹ ਟੈਕਨੀਕਾਂ ਨੂੰ ਨਮਸਕਾਰ ਕੀਤਾ ਹੈ ਜਿਹਦੇ ਨਾਲ ਆਪਾਂ ਸੱਚੇ ਆਪਣੇ ਅੰਦਰ ਲੁਕੇ ਹੋਏ ਪਰਮਾਤਮਾ ਨੂੰ ਜਾਂ ਪ੍ਰਕਾਸ਼ ਨੂੰ ਪ੍ਰਾਪਤ ਕਰ ਸਕਦੇ। ਸੱਚੀ ਟੈਕਨੀਕ ਦਾ ਮਤਲਬ ਜਿਹੜਾ ਸੱਚ ਨੂੰ ਮਿਲਾ ਦੇਵੇ, ਐਸੀ ਟੈਕਨੀਕ ਜਿਹੜੀ ਸੱਚ ਨੂੰ ਮਿਲਾ ਦੇਵੇ। ਸਤ ਯਾਨੀ ਸੱਚ, ਗੁਰ ਯਾਨੀ ਟੈਕਨੀਕ। ਸਤ ਗੁਰ ਪ੍ਰਸਾਦ, ਉਹਦੀ ਕਿਰਪਾ ਹੋਏਗੀ, ਪ੍ਰਸਾਦ ਮਿਲੇਗਾ ਟੈਕਨੀਕ ਦਾ, ਤਾਂ ਫਿਰ ਜਿਹੜਾ ਸੱਚੇ ਨਾਲ ਮਿਲਾਪ ਹੋ ਜਾਏਗਾ। ਅਸ਼ਟਪਦੀ ਉੱਤੇ ਪਹਿਲੇ ਸ਼ਲੋਕ ਸੀਗਾ। ਸ਼ਲੋਕ ਵਿੱਚ ਗੁਰੂ ਸਾਹਿਬ ਨੇ ਟੈਕਨੀਕ ਦੀ ਔਰ ਪ੍ਰਸ਼ੰਸਾ ਲਿਖੀ ਹੈ। ਅਸ਼ਟਪਦੀ ਹੁਣ 8 ਜਿਹੜੀ ਪਦ ਇਹਦੇ ਵਿੱਚ ਆਣਗੇ, ਇਸ ਕਰਕੇ 8 ਪਦ ਹੈਗੇ ਨੇ, ਇਸ ਕਰਕੇ ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਓ। ਜੇ ਆਪਾਂ ਸਿਮਰਨ ਕਰੀ ਜਾਵਾਂਗੇ ਤਾਂ ਸੁਖ ਦੀ ਪ੍ਰਾਪਤੀ ਹੋਏਗੀ। ਕਲ ਕਲੇਸ਼ ਤਨ ਮਾਹਿ ਮਿਟਾਵੋ। ਤਨ ਦੇ ਜਿਤਨੇ ਵੀ ਕਲੇਸ਼ ਹੈਗੇ ਨੇ ਉਹ ਮਿਟ ਜਾਣਗੇ। ਸਿਮਰੋ ਜਾਸ ਬਿਸੰਭਰ ਏਕੈ। ਉਹ ਇੱਕ ਜਿਹੜਾ ਹੈਗਾ ਜਸਵਾਨ, ਸਾਰੇ ਵਿਸ਼ਵ ਨੂੰ ਸੰਭਾਲਣ ਵਾਲਾ ਵਿਸੰਭਰ, ਸਾਰੇ ਯੂਨੀਵਰਸ ਨੂੰ ਸੰਭਾਲਣ ਵਾਲਾ ਉਹ ਇੱਕ ਜਿਹੜਾ ਹੈਗਾ, ਉਸ ਨੂੰ ਸਿਮਰਨ ਕਰੋ। ਜਿਹੜਾ ਹਰ ਜਗ੍ਹਾ ਫੈਲਿਆ ਹੋਇਆ ਹੈ, ਪੂਰਾ ਯੂਨੀਵਰਸ ਵਿੱਚ ਉਹਦਾ ਫੈਲਾਓ ਹੈਗਾ। ਨਾਮ ਜਪਤ ਅਗਨਤ ਅਨੇਕੇ। ਨਾਮ ਜਿਹੜਾ ਹੈਗਾ ਉਸਦਾ ਜਪ ਰਹੇ ਨੇ ਅਨੇਕ, ਅਨੇਕਾਂ ਅਨੇਕ ਜਪ ਰਹੇ ਨੇ ਉਹਦਾ ਨਾਮ। ਵੇਦ ਪੁਰਾਣ ਸਿਮਰਤ ਸੁਦਾਖਰ, ਜਿੰਨੇ ਵੀ ਵੇਦ ਹੈਗੇ ਨੇ, ਪੁਰਾਣ ਹੈਗੇ ਨੇ, ਸਿਮਰਤੀਆਂ ਹੈਗੀਆਂ ਨੇ, ਇਹ ਜਿਹੜੇ ਨੇ ਸੁਧਾਖਰ ਮਤਲਬ ਸ਼ੁੱਧ ਅੱਖਰਾਂ ਵਿੱਚ ਲਿਖੇ ਹੋਏ ਨੇ। ਕੀਨੇ ਰਾਮ ਨਾਮ ਇੱਕ ਅੱਖਰ। ਇਹ ਕੀ ਦੱਸਦੇ ਨੇ? ਵੇਦ ਪੁਰਾਣ ਸਿਮਰਤੀਆਂ ਜਿਹੜੀ ਸ਼ੁੱਧ ਅਕਸ਼ਰ ਵਿੱਚ ਲਿਖੀਆਂ ਹੋਈਆਂ ਨੇ, ਉਹ ਕੀ ਦੱਸ ਰਹੇ ਨੇ? ਇੱਕ ਰਾਮ ਦਾ ਨਾਮ ਜਪ ਲਓ, ਸਾਰਾ ਕੁਝ ਜਪ ਲਿਆ ਬਰਾਬਰ ਹੋ ਜਾਏਗਾ। ਇੱਕ ਰਾਮ ਦੇ ਨਾਮ ਵਿੱਚ ਜਿਹੜਾ ਹੈ ਸਾਰਾ ਕੁਝ ਆ ਜਾਏਗਾ। ਵੇਦ ਵੀ ਆ ਜਾਣਗੇ, ਪੁਰਾਣ ਵੀ, ਸਿਮਰਤੀਆਂ। ਕਿਨਕਾ ਏਕ ਜਿਸ ਜੀਵ ਬਸਾਵੇ। ਕਿਨਕਾ ਮਤਲਬ ਇੱਕ ਤਿਲ ਮਾਤਰ ਵੀ ਕਿਸੇ ਜੀਵ ਦੇ ਅੰਦਰ ਵਸ ਜਾਵੇ ਪਰਮਾਤਮਾ ਦਾ ਨਾਮ, ਤਾਂ ਕਿ ਮਹਿਮਾ ਗਨੀ ਨਾ ਆਵੇ। ਫਿਰ ਉਸ ਦੀ ਮਹਿਮਾ ਜਿਹੜੀ ਹੈ ਉਹ ਗਿਣੀ ਨਹੀਂ ਜਾ ਸਕਦੀ। ਹੁਣ ਇੱਕ ਤਿਨਕੇ ਦਾ ਕੀ ਮਤਲਬ ਹੈਗਾ, ਇਸ ਨੂੰ ਡੂੰਘਾਈ ਨਾਲ ਆਪਾਂ ਨੂੰ ਸਮਝਣਾ ਪਏਗਾ। ਇੱਕ ਤਿਨਕੇ ਮਾਤਰ ਲਾਣ ਨਾਲ, ਜਿਸ ਪ੍ਰਕਾਰ ਇੱਕ ਬੀਜਾ ਆਪਾਂ ਪਾ ਦੇਈਏ ਜ਼ਮੀਨ ਦੇ ਉੱਤੇ 2-4 ਇੰਚ ਹੇਠਾਂ, ਸਪੋਜ਼ ਚਨੇ ਦਾ ਬੀਜਾ ਪਾ ਦਿੱਤਾ ਜਾਂ 4-5 ਚਨੇ ਦੇ ਬੀਜੇ ਪਾ ਦਿੱਤੇ ਜ਼ਮੀਨ ਦੇ ਗਮਲੇ ਵਿੱਚ, ਔਰ ਉਸ ਨੂੰ ਕੁਝ ਦਿਨ ਪਾਣੀ ਵਗੈਰਾ ਦਿੱਤਾ। ਉਹਦੇ ਬਾਅਦ ਕੁਝ ਦਿਨਾਂ ਵਿੱਚ ਉਹਦਾ ਇੱਕ ਛੋਟਾ ਜਿਹਾ ਜਿਹੜਾ ਹੈ ਪਿਆਰਾ ਜਿਹਾ ਪੌਦਾ ਨਿਕਲ ਆਏਗਾ। ਬੀਜਾ ਪਾਉਣ ਨਾਲ ਪੌਦਾ ਨਿਕਲ ਗਿਆ। ਪੌਦਾ ਹੌਲੀ ਹੌਲੀ ਵੱਡਾ ਹੋ ਜਾਏਗਾ, ਫਿਰ ਉਹ ਇੱਕ ਝਾੜ ਦਾ ਰੂਪ ਲੈ ਲਏਗਾ। ਜੇ ਚਨੇ ਦੀ ਜਗ੍ਹਾ ਅੰਬ ਪਾਵਾਂਗੇ ਤੇ ਹੌਲੀ ਹੌਲੀ ਉਹ ਬਹੁਤ ਵੱਡਾ ਦਰਖਤ ਬਣ ਜਾਏਗਾ। ਸੋ ਗੁਰੂ ਸਾਹਿਬ ਇਹ ਦੱਸ ਰਹੇ ਨੇ, ਕਿਨਕਾ ਇੱਕ ਕਿਣ ਮਾਤਰ ਵੀ, ਬੀਜ ਮਾਤਰ ਵੀ ਅੰਦਰ ਚਲਾ ਗਿਆ ਨਾਮ ਸਿਮਰਨ, ਫਿਰ ਉਹ ਹੌਲੀ ਹੌਲੀ ਜਿਹੜਾ ਹੈ ਵੱਡਾ ਹੋ ਜਾਏਗਾ।
ਇਸ ਕਰਕੇ ਕਿਨਕੇ ਸ਼ਬਦ ਦਾ ਪ੍ਰਯੋਗ ਕੀਤਾ ਕਿ ਕਿਨਕਾ ਹੀ ਬੜਾ ਇੰਪੋਰਟੈਂਟ ਹੈਗਾ। ਵੱਡਾ ਦਰਖਤ ਆਪਾਂ ਲਿਆ ਨਹੀਂ ਸਕਦੇ ਬਣਿਆ ਬਣਾਇਆ ਕਿ ਉੱਥੋਂ ਲਿਆ ਕੇ ਆਪਣੇ ਅੰਦਰ ਲਾ ਲਿਆ, ਕਿਨਕਾ ਹੀ ਜਾ ਸਕਦਾ। ਵਾਹਿਗੁਰੂ ਇਤਨਾ ਇਹਦੇ ਅੰਦਰ ਚਲਾ ਗਿਆ ਔਰ ਲੱਗ ਗਿਆ, ਉਸ ਨੂੰ ਪ੍ਰੋਪਰ ਨਰਚਰਿੰਗ ਕਰੇਗਾ ਮਨੁੱਖ ਤਾਂ ਫਿਰ ਉਹ ਵੱਡਾ ਹੋ ਜਾਏਗਾ। ਉਹ ਵੱਡਾ ਹੁੰਦਿਆਂ ਹੁੰਦਿਆਂ ਫਿਰ ਹੌਲੀ ਹੌਲੀ ਉਹਦੇ ਵਿੱਚ ਬਹੁਤ ਬਰਕਤ ਪੈ ਜਾਏਗੀ। ਉਸ ਮਨੁੱਖ ਦੀ ਮਹਿਮਾ ਜਿਹੜੀ ਹੈ ਗੁਰੂ ਸਾਹਿਬ ਦੱਸਦੇ ਨੇ ਗਿਣੀ ਨਹੀਂ ਜਾ ਸਕਦੀ, ਜਿਹੜਾ ਕਿਨਕਾ ਵੀ ਮਨ ਵਿੱਚ ਵਸਾ ਲਵੇ। ਕਾਖੀ ਏਕੇ ਦਰਸ ਤੁਹਾਰੋ, ਫਿਰ ਜਿਹੜਾ ਹੈ ਦਰਸ਼ਨ ਦੀ ਤਾਂਗ ਨਹੀਂ ਰਹਿ ਜਾਏਗੀ, ਕਿਉਂਕਿ ਅੰਦਰ ਜਿਹੜਾ ਹੈ ਹੌਲੀ ਹੌਲੀ ਉਹ ਡਿਵੈਲਪ ਹੋ ਜਾਏਗਾ। ਨਾਨਕ ਉਨ ਸੰਗ ਮੋਹ ਉਧਾਰੋ, ਨਾਨਕ ਕਹਿ ਰਹੇ ਨੇ ਕਿ ਇਸੇ ਮਨੁੱਖ ਦੇ ਨਾਲ ਮਿਲਾ ਕੇ ਮੇਰਾ ਵੀ ਉद्धार ਕਰਾ ਦਿਓ। ਅਰਥਾਤ ਜਿਸਨੇ ਕਿਨਕਾ ਵੀ ਵਸਾ ਲਿਆ ਹੈ ਉਹ ਦੂਜਿਆਂ ਨੂੰ ਵੀ ਉਦਾਹਰਣ ਜੋਗਾ ਹੋ ਜਾਂਦਾ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਜੇ ਆਪਾਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਰਹੇ ਹਾਂ ਉਹ ਇੱਕ ਅੰਮ੍ਰਿਤ ਵਰਗਾ ਹੈਗਾ, ਸੁਖ ਦਾ ਅੰਮ੍ਰਿਤ ਹੈਗਾ ਉਹਦੇ ਵਿੱਚ, ਔਰ ਪ੍ਰਭੂ ਦਾ ਨਾਮ ਹੀ ਹੈ। ਜਾਂ ਸੁਖਮਨੀ ਸਾਹਿਬ ਪੜ੍ਹ ਲਓ ਜਾਂ ਪ੍ਰਭੂ ਦਾ ਨਾਮ ਵਾਹਿਗੁਰੂ ਵਾਹਿਗੁਰੂ ਜਪ ਲਓ, ਦੋਨੋਂ ਇੱਕੋ ਗੱਲ ਹੈ। ਗੁਰੂ ਸਾਹਿਬ ਇੱਥੇ ਲਿਖ ਰਹੇ ਨੇ ਭਗਤ ਜਨਾਂ ਕੇ ਮਨ ਵਿਸ਼ਰਾਮ, ਜਿਹੜੇ ਭਗਤ ਜਨ ਹੈਗੇ ਨੇ ਉਹਨਾਂ ਦਾ ਮਨ ਸ਼ਾਂਤ ਹੋ ਜਾਏਗਾ, ਵਿਸ਼ਰਾਮ ਅਵਸਥਾ ਵਿੱਚ ਆ ਜਾਏਗਾ, ਟਿਕਾਊ ਅਵਸਥਾ ਵਿੱਚ ਆਈ ਜਾਏਗਾ। ਪ੍ਰਭ ਕੇ ਸਿਮਰਨ ਗਰਭ ਨਾ ਬਸੈ, ਫਿਰ ਕੀ ਹੋਏਗਾ? ਪ੍ਰਭੂ ਦੇ ਸਿਮਰਨ ਕਰਨ ਨਾਲ ਮਨੁੱਖ ਜਿਹੜਾ ਹੈ ਗਰਭ ਵਿੱਚ ਉਹਦਾ ਵਾਸਾ ਨਹੀਂ ਹੁੰਦਾ, ਉਹਦੀ ਜੂਨਾਂ ਜਿਹੜੀਆਂ ਖਤਮ ਹੋ ਜਾਂਦੀਆਂ ਨੇ, ਘਟ ਜਾਂਦੀਆਂ ਨੇ। ਫਰਦਰ ਜਿਹੜਾ ਹੈ ਉਹ ਜੂਨਾਂ ਵਿੱਚ ਨਹੀਂ ਆਏਗਾ। ਪ੍ਰਭ ਕੇ ਸਿਮਰਨ ਦੁਖ ਜਮ ਨਸੈ, ਪ੍ਰਭੂ ਦਾ ਸਿਮਰਨ ਕਰਮ ਨਾਲ ਦੁੱਖ, ਕਿਸੇ ਕਿਸਮ ਦਾ ਵੀ ਦੁੱਖ ਹੋਏ ਔਰ ਜਮਦੂਤ ਜਿਹੜੇ ਨੇ ਉਹ ਨਸ ਜਾਂਦੇ ਨੇ, ਨੇੜੇ ਨਹੀਂ ਆਉਂਦੇ। ਪ੍ਰਭ ਕੇ ਸਿਮਰਨ ਕਾਲ ਪਰ ਹਰੇ, ਪ੍ਰਭੂ ਦਾ ਸਿਮਰਨ ਕਰਨ ਨਾਲ ਬੁਰਾ ਕਾਲ ਜਿਹੜਾ ਹੈ ਉਹ ਦੂਰ ਹੋ ਜਾਂਦਾ ਹੈ। ਪ੍ਰਭ ਕੇ ਸਿਮਰਨ ਦੁਸ਼ਮਨ ਟਰੇ, ਕਿੰਨਾ ਵੀ ਵੱਡਾ ਦੁਸ਼ਮਣ ਹੋਵੇ ਉਹ ਟਲ ਜਾਂਦਾ ਹੈਗਾ। ਪ੍ਰਭ ਕੇ ਸਿਮਰਨ ਕਛ ਬਿਗਨ ਨ ਲਾਗੇ, ਪ੍ਰਭੂ ਦਾ ਸਿਮਰਨ ਕਰਨ ਨਾਲ ਕਿਸੇ ਕਿਸਮ ਦਾ ਵਿਘਨ, ਵਿਪੱਤੀ, ਤਕਲੀਫ, ਡਿਫਿਕਲਟੀ ਨਹੀਂ ਆਉਂਦੀ। ਪ੍ਰਭ ਕੇ ਸਿਮਰਨ ਅਨ ਦਿਨ ਜਾਗੇ, ਪ੍ਰਭੂ ਦਾ ਸਿਮਰਨ ਕਰਨ ਨਾਲ ਮਨ ਜਿਹੜਾ ਹੈਗਾ ਅਨ ਦਿਨ, ਦਿਨ ਔਰ ਰਾਤ ਜਿਹੜਾ ਨਾ ਜਾਗਰਤ ਹੋ ਜਾਂਦਾ ਹੈ। ਪ੍ਰਭ ਕੇ ਸਿਮਰਨ ਭਉ ਨਾ ਵਿਆਪੇ, ਪ੍ਰਭੂ ਦਾ ਸਿਮਰਨ ਕਰਨ ਨਾਲ ਡਰ ਨਹੀਂ ਲੱਗਦਾ, ਵਿਆਪਤਾ ਹੀ ਨਹੀਂ ਹੈ। ਪ੍ਰਭ ਕੇ ਸਿਮਰਨ ਦੁੱਖ ਨਾ ਸੰਤਾਪੇ, ਪ੍ਰਭੂ ਦਾ ਸਿਮਰਨ ਕਰਨ ਨਾਲ ਦੁੱਖ ਔਰ ਸੰਤਾਪ ਨੇੜੇ ਨਹੀਂ ਆਉਂਦੇ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਪ੍ਰਭੂ ਦਾ ਸਿਮਰਨ ਜਿਹੜਾ ਹੈ ਸਾਧੂ ਦੇ ਨਾਲ ਹੀ ਹੋ ਜਾਂਦਾ ਹੈ। ਸਰਬ ਨਿਧਾਨ ਨਾਨਕ ਹਰ ਰੰਗ, ਜਿਤਨਾ ਵੀ ਨਿਧਾਨ ਹੈ ਨਾਨਕ ਕਹਿੰਦੇ ਨੇ ਉਹ ਹਰੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਪਰਮਾਤਮਾ ਨੇ ਜੋ ਵੀ ਚੀਜ਼ ਬਣਾਈ ਹੈ ਉਹ ਇੱਕ ਨਿਯਮ ਵਿੱਚ ਚੱਲਦੀ ਹੈ। ਜਿਸ ਤਰ੍ਹਾਂ ਸੂਰਜ ਹੈ, ਚੰਦ ਹੈ, ਪ੍ਰithvi ਹਨ, ਤਾਰੇ ਹਨ, ਪੂਰਾ ਯੂਨੀਵਰਸ ਇੱਕ ਨਿਯਮ ਵਿੱਚ ਚੱਲਦਾ ਹੈ। ਸਵੇਰਾ ਹੁੰਦਾ ਫਿਰ ਰਾਤ ਹੁੰਦੀ ਹੈ, ਪ੍ਰithvi ਆਪਣਾ ਇੱਕ ਚੱਕਰ ਕੱਟ ਲੈਂਦੀ ਹੈ, ਸਵੇਰੇ ਤੋਂ ਸ਼ਾਮ, ਅਗਲੇ ਦਿਨ ਸਵੇਰੇ ਤੱਕ। ਇਸ ਪ੍ਰਕਾਰ ਹਰ ਚੀਜ਼ ਇੱਕ ਨਿਯਮ ਵਿੱਚ ਚੱਲ ਰਹੀ ਹੈ, ਅਰਥਾਤ ਇੱਕ ਆਰਡਰ ਵਿੱਚ ਚੱਲ ਰਹੀ ਹੈ। ਉਹ ਚਲਾਉਣ ਵਾਲਾ ਜਿਹੜਾ ਹੈ ਉਹ ਹੁਕਮੀ ਹੈਗਾ ਔਰ ਇਹ ਸਭ ਚੀਜ਼ਾਂ ਹੁਕਮ ਵਿੱਚ ਚੱਲ ਰਹੀਆਂ ਨੇ। ਇਸ ਕਰਕੇ ਪ੍ਰਭੂ ਜਿਹੜਾ ਸਿਮਰਨ ਉਹਦਾ ਸਮਝੋ
हर जगह ਉਹਦਾ ਚੱਲ ਰਿਹਾ ਇਨਫਲੂਐਂਸ, ਉਹਦੇ ਤੌਰ ਤਰੀਕੇ 'ਤੇ ਹਰ ਚੀਜ਼ ਚੱਲ ਰਹੀ ਹੈ, ਚਾਹੇ ਪ੍ਰਥਵੀ, ਚਾਹੇ ਸੂਰਜ, ਚਾਹੇ ਚੰਦਰ, ਪੂਰੇ ਪਲੈਨੇਟਰੀ ਸਿਸਟਮ ਔਰ ਇਸ ਤਰ੍ਹਾਂ ਦੇ ਹਜ਼ਾਰਾਂ ਲੱਖਾਂ ਪਲੈਨੇਟਰੀ ਸਿਸਟਮ ਚੱਲ ਰਹੇ ਨੇ। ਪ੍ਰਭ ਕੇ ਸਿਮਰਨ ਰਿੱਧ ਸਿੱਧ ਨਵਨਿਧ, ਪ੍ਰਭੂ ਦਾ ਸਿਮਰਨ ਕਰਨ ਨਾਲ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਆਪਣੇ ਆਪ ਹੋ ਜਾਂਦੀ ਹੈ। ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭੂ ਦਾ ਸਿਮਰਨ ਕਰਦਿਆਂ ਸਾਡਾ ਜਿਹੜਾ IQ ਹੈ, ਸਾਡੀ ਧਿਆਨ ਲਗਾਉਣ ਦੀ ਔਰ ਤੱਤ ਵਾਲੀ ਬੁੱਧੀ ਜਿਹੜੀ ਹੈ ਉਹ ਜਾਗਰਤ ਹੋਣੇ ਲੱਗਦੀ ਹੈ। ਜਿਤਨੇ ਵੀ ਨਿਊਰੋਨ ਸੈੱਲ ਹੈਗੇ ਨੇ ਉਹ ਤੇਜ਼ ਹੋਣ ਲੱਗਦੇ ਨੇ, ਉਹਨਾਂ ਦੀ ਸੈਟਿੰਗ ਜਿਹੜੀ ਹੈ ਸਟਾਰਟ ਹੋ ਜਾਂਦੀ ਹੈ ਚੰਗੇ ਪਾਸੇ। ਪ੍ਰਭ ਕੇ ਸਿਮਰਨ ਜਪ ਤਪ ਪੂਜਾ, ਪ੍ਰਭੂ ਦਾ ਸਿਮਰਨ ਕਰਨਾ ਇੱਕ ਕਿਸਮ ਦਾ ਜਪ ਹੈ, ਇੱਕ ਕਿਸਮ ਦਾ ਤਪ ਵੀ ਹੋਈ ਹੈ, ਇੱਕ ਕਿਸਮ ਦੀ ਪੂਜਾ ਵੀ ਹੋਈ ਹੈ। ਜਪ ਮਤਲਬ ਯਦੀ ਆਪਾਂ ਕੋਈ ਚੀਜ਼ ਜੀਵਾ ਤੋਂ ਬੋਲ ਰਹੇ ਹਾਂ, ਵਾਹਿਗੁਰੂ ਵਾਹਿਗੁਰੂ, ਇਹ ਹੋ ਗਿਆ ਜਪ। ਜੇ ਆਪਾਂ ਬਹੁਤ ਦੇਰ ਤੱਕ ਬਾਰ-ਬਾਰ ਹਰੇਕ ਘੰਟੇ ਡੇਲੀ ਕਰ ਰਹੇ ਹਾਂ ਤੇ ਸਾਲ ਭਰ ਕਰਨ ਨਾਲ ਸਮਝੋ ਇਹ ਤਪ ਹੋ ਗਿਆ। ਔਰ ਤਪ ਨਾਲ ਜਿਹੜਾ ਹੈ ਸਾਡੇ ਪੂਰਬਲੇ ਕਰਮ ਜਿਹੜੇ ਨੇ ਉਹ ਕੱਟ ਜਾਂਦੇ ਨੇ ਤਪ ਨਾਲ। ਤਪ ਮਤਲਬ ਸੇਕ, ਹੀਟ। ਜਪ ਜਿਹੜਾ ਤਪ ਵਿੱਚ ਕਨਵਰਟ ਹੋ ਜਾਏਗਾ। ਤਪ ਜਿਹੜਾ ਹੈਗਾ ਹੀਟ ਨਾਲ ਉਹ ਸਾਰੇ ਪਾਪ ਕੱਟੀ ਜਾਣਗੇ। ਉਸੇ ਨੂੰ ਗੁਰੂ ਸਾਹਿਬ ਦੱਸ ਰਹੇ ਨੇ ਕਿ ਉਹ ਪੂਜਾ ਵੀ ਉਹੀ ਹੈਗੀ, ਜਪ ਵੀ ਉਹੀ ਹੈ, ਤਪ ਵੀ ਉਹੀ ਹੈ, ਪੂਜਾ ਵੀ ਉਹੀ ਹੈ। ਪ੍ਰਭ ਕੇ ਸਿਮਰਨ ਬਿਨ ਸੇ ਦੂਜਾ, ਪ੍ਰਭੂ ਦਾ ਸਿਮਰਨ ਕਰਨ ਨਾਲ ਦੂਜੀ ਚੀਜ਼ਾਂ ਜਿਹੜੀ ਗੰਦੀਆਂ ਹਨ ਉਹ ਬਿਨਸ ਜਾਂਦੀਆਂ ਨੇ, ਆਪੇ ਹੀ ਹਟ ਜਾਂਦੀਆਂ ਨੇ। ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ, ਪ੍ਰਭੂ ਦਾ ਸਿਮਰਨ ਕਰਨ ਨਾਲ ਤੀਰਥਾਂ ਦੇ ਇਸ਼ਨਾਨ ਦਾ ਫਲ ਘਰ ਬੈਠੇ ਬੈਠੇ ਪ੍ਰਾਪਤ ਹੋ ਜਾਂਦਾ ਹੈ। ਕਿਸੇ ਵੀ ਤੀਰਥ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ। ਇਸ਼ਨਾਨ ਜਿਹੜਾ ਹੈ ਪ੍ਰਭੂ ਦਾ ਸਿਮਰਨ ਕਰਨ ਨਾਲ ਹੀ ਹੋ ਜਾਂਦਾ ਹੈ। ਪ੍ਰਭ ਕੇ ਸਿਮਰਨ ਦਰਗਹ ਮਾਨੀ, ਪ੍ਰਭੂ ਦਾ ਸਿਮਰਨ ਕਰਨ ਨਾਲ ਦਰਗਾਹ ਵਿੱਚ ਮਾਨ ਦੀ ਪ੍ਰਾਪਤੀ ਹੁੰਦੀ ਹੈਗੀ। ਜਿੱਥੇ ਸਾਧੂ ਸੰਤ ਜਨਾਂ ਦੀ ਆਤਮਾ ਦੇਵੀ ਦੇਵਤਾਵਾਂ ਦੀ ਬੈਠਦੀ ਹੈ, ਉਸ ਜਗ੍ਹਾ 'ਤੇ ਮਾਨ ਦੀ ਪ੍ਰਾਪਤੀ ਹੁੰਦੀ ਹੈ ਦਰਗਾਹ ਵਿੱਚ। ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭੂ ਦਾ ਸਿਮਰਨ ਕਰਨਾ ਹੀ ਭਲਾ ਹੈਗਾ। ਪ੍ਰਭ ਕੇ ਸਿਮਰਨ ਸੁਫਲ ਫਲਾ, ਪ੍ਰਭੂ ਦਾ ਸਿਮਰਨ ਕਰਨ ਨਾਲ ਸਕਸੈਸ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਸੇ ਸਿਮਰੇ ਜਿਨ ਆਪ ਸਿਮਰਾਏ, ਲੇਕਿਨ ਉਹੀ ਵਿਅਕਤੀ ਸਿਮਰਨ ਕਰਦਾ ਜਿਸ ਨੂੰ ਪ੍ਰਭੂ ਆਪ ਸਿਮਰਵਾਉਂਦਾ ਹੈਗਾ, ਮਤਲਬ ਆਪ ਕਰਵਾਉਂਦਾ ਹੈਗਾ, ਤਾਂ ਉਹ ਕਰਦਾ ਹੈਗਾ, ਕਰ ਲੈਂਦਾ। ਨਾਨਕ ਤਾਕੇ ਲਾਗੋਂ ਪਾਏ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਸ ਤਰ੍ਹਾਂ ਦੇ ਮਨੁੱਸ਼ਾਂ ਦਾ ਮੈਂ ਵੀ ਪੈਰ ਹੱਥ ਉਹਨਾਂ ਦੇ ਪੈਰੀ ਪੈਨਾ। ਨਾਨਕ ਤਾਕੇ ਲਾਗੋਂ ਪਾਏ, ਮੈਂ ਉਹਨਾਂ ਦੇ ਪੈਰੀ ਪੈਨਾ। ਮਤਲਬ ਕਹਿਣ ਦਾ ਹੈ ਕਿ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਮੈਂ ਉਹਨਾਂ ਦੇ ਪੈਰੀ ਪੈਨਾ, ਜਿਹੜਾ ਸਿਮਰਨ ਕਰ ਰਹੇ ਨੇ। ਇਹ ਇੱਕ ਬਹੁਤ ਉੱਚੀ ਗੱਲ ਹੈਗੀ ਜਿਹੜੀ ਕਿ ਆਮ ਮਨੁੱਖ ਨੂੰ ਸਮਝ ਨਹੀਂ ਆਉਂਦੀ ਕਿ ਗੁਰੂ ਨਾਨਕ ਦੇਵ ਜੀ ਇਹ ਲਿਖ ਕੇ ਤੇ ਚਲੇ ਗਏ, ਗੁਰੂ ਅਰਜਨ ਪਾਤਸ਼ਾਹ, ਕਿ ਮੈਂ ਉਹਨਾਂ ਦੇ ਪੈਰੀ ਪੈਨਾ ਜਿਹੜਾ ਸਿਮਰਨ ਕਰਦੇ। ਇਹ ਬਹੁਤ ਡੂੰਘੀ ਗੱਲ ਹੈਗੀ। ਇਸ ਨੂੰ ਸਮਝਣ ਵਾਸਤੇ ਇਹ ਸਮਝੋ ਕਿ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਹੈ, ਸਰੀਰ ਨਹੀਂ, ਸਰੀਰ ਖਤਮ ਹੋ ਗਿਆ ਲੇਕਿਨ ਬਾਣੀ ਅਟਲ ਹੈਗੀ। ਜੋ ਉਹਨਾਂ ਨੇ ਅੱਜ ਤੋਂ 500 ਸਾਲ ਪਹਿਲੇ ਜਾਂ 300 ਸਾਲ ਪਹਿਲੇ ਗੁਰੂ ਅਰਜਨ ਦੇਵ ਜੀ ਨੇ ਲਿਖੀ ਹੈ, ਉਹ ਲਿਖਤ ਹਮੇਸ਼ਾ ਵੈਲਿਡ ਰਹੇਗੀ। ਕਿਉਂ? ਉਹ ਬਾਣੀ ਰੂਪ ਸਾਡੇ ਕੋਲ ਹੈ। ਸਰੀਰ ਆ ਕੇ ਪੈਰੀ ਪੈਣੇ ਨਹੀਂ ਕਹੇਗਾ, ਲੇਕਿਨ ਬਾਣੀ ਔਰ ਉਹਨਾਂ ਦੀ ਆਤਮਾ ਜਿਹੜੀ ਹੈ, ਉਹਨਾਂ ਦੀ ਸੂਖਮ ਸਰੀਰ ਜਿਹੜਾ ਹੈ, ਉਸਨੇ ਹੀ ਇਹ ਲਿਖਿਆ ਹੈ। ਔਰ ਉਹ ਸਾਡੇ ਚਾਰੋਂ ਪਾਸੇ ਜਿਸ ਤਰ੍ਹਾਂ ਹੀ ਆਪਾਂ ਪਾਠ ਕਰਾਂਗੇ ਉਹ ਆ ਕੇ ਪੈਰੀ ਪਏਗੀ।
ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਪ੍ਰਭੂ ਦਾ ਸਿਮਰਨ ਹੀ ਸਭ ਤੋਂ ਉੱਚੀ ਚੀਜ਼ ਹੈਗੀ। ਪ੍ਰਭ ਕੇ ਸਿਮਰਨ ਉਧਰੇ ਮੁੱਚਾ। ਜਿਹੜਾ ਮੂਰਖ ਵਿਅਕਤੀ ਹੈ ਉਹ ਵੀ ਉੱਚਾ ਹੋ ਜਾਏਗਾ। ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੇ। ਪ੍ਰਭੂ ਦਾ ਸਿਮਰਨ ਕਰਨ ਨਾਲ ਤ੍ਰਿਸ਼ਨਾ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ, ਬੁਝ ਜਾਂਦੀ ਹੈ। ਪ੍ਰਭ ਕੇ ਸਿਮਰਨ ਸਭ ਕੁਝ ਸੁਝੇ। ਪ੍ਰਭੂ ਦਾ ਸਿਮਰਨ ਕਰਨ ਨਾਲ ਸਾਰੀ ਗੱਲਾਂ ਸੁਝ ਵਿੱਚ ਆ ਜਾਂਦੀਆਂ ਨੇ। ਅਨੇਕਾਂ ਚੰਗੇ ਵਿਚਾਰ ਜਿਹੜੇ ਨੇ ਸੁਝਾਵਾਨ, ਮਤਲਬ ਐਡਵਾਈਜ਼ਸ, ਸਲਾਹ ਜਿਹੜੀ ਹੈ ਉਹ ਆਪੇ ਉਹਦੇ ਦਰਵਾਜ਼ੇ ਖੁੱਲ੍ਹ ਜਾਣਗੇ ਔਰ ਇੰਟਿਊਸ਼ਨ ਦੇ ਰਾਸਤੇ ਉਹ ਸੁਝਾਅ ਸਾਡੇ ਬ੍ਰੇਨ ਦੇ ਅੰਦਰ ਆਣੇ ਸ਼ੁਰੂ ਹੋ ਜਾਣਗੇ। ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ। ਪ੍ਰਭੂ ਦਾ ਸਿਮਰਨ ਕਰਨ ਨਾਲ ਕਿਸੇ ਕਿਸਮ ਦੀ ਤ੍ਰਿਸ਼ਨਾ ਨਹੀਂ ਰਹੇਗੀ ਔਰ ਜਮ ਦਾ ਡਰ ਨਹੀਂ ਰਹੇਗਾ। ਪ੍ਰਭ ਕੇ ਸਿਮਰਨ ਪੂਰਨ ਆਸਾ। ਪ੍ਰਭੂ ਦਾ ਸਿਮਰਨ ਕਰਨ ਨਾਲ ਜਿਹੜੀ ਵੀ ਸਾਡੀ ਆਸ਼ਾ ਮਨਸ਼ਾ ਹੈਗੀਆਂ ਨੇ ਉਹ ਪੂਰਨ ਹੋ ਜਾਣਗੀਆਂ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ। ਪ੍ਰਭੂ ਦਾ ਸਿਮਰਨ ਕਰਨ ਨਾਲ ਮਨ ਦੀ ਜਿਹੜੀ ਮੈਲ ਹੈ ਉਹ ਚਲੀ ਜਾਂਦੀ ਹੈ। ਅੰਮ੍ਰਿਤ ਨਾਮ ਰਿਦ ਮਾਹਿ ਸਮਾਏ। ਨਾਮ ਜਿਹੜਾ ਹੈ ਉਹ ਹਿਰਦੇ ਵਿੱਚ ਸਮਾ ਜਾਂਦਾ ਹੈ। ਅਰਥਾਤ ਹਿਰਦੇ ਚੱਕਰ ਇੱਕ ਇੰਪੋਰਟੈਂਟ ਚੱਕਰ ਹੈ। ਗੁਰੂ ਸਾਹਿਬ ਨੇ ਚੱਕਰ ਨਾ ਲਿਖ ਕੇ ਹਿਰਦੇ ਲਿਖ ਦਿੱਤਾ ਹੈ, ਲੇਕਿਨ ਨਾਮ ਜਿਹੜਾ ਹੈ ਹਿਰਦੇ ਵਿੱਚ ਸਮਾਏਗਾ। ਪ੍ਰਭੂ ਜੀ ਬਸੈ ਸਾਧ ਕੀ ਰਸਨਾ। ਲੇਕਿਨ ਪ੍ਰਭੂ ਜੀ ਕਿੱਥੇ ਵਸਣਗੇ? ਨਾਮ ਜਿਹੜਾ ਹਿਰਦੇ ਵਿੱਚ ਸਮਾਏਗਾ, ਲੇਕਿਨ ਪ੍ਰਭੂ ਜੀ ਸਾਧ ਦੀ ਰਸਨਾ ਵਿੱਚ ਵਸ ਜਾਂਦੇ ਨੇ। ਅਰਥਾਤ ਜੀਵਾ ਜਿਹੜੀ ਹੈ ਉਹ ਵੀ ਇੱਕ ਇੰਪੋਰਟੈਂਟ ਚੱਕਰਾ ਹੈ, ਥਰੋਟ ਚੱਕਰਾ ਹੈ। ਜੀਵਾ ਜਿੱਥੇ ਉਸਨੂੰ ਥਰੋਟ ਚੱਕਰਾ ਆਖਦੇ ਨੇ, ਉਹ ਜਿਹੜੀ ਰਸਨਾ ਹੈ ਉੱਥੇ ਜਿਹੜਾ ਹੈ ਵਸ ਜਾਣਗੇ ਪ੍ਰਭੂ ਜੀ। ਹੁਣ ਨਾਮ ਜਿਹੜਾ ਹਿਰਦੇ ਵਿੱਚ ਵਸ ਗਿਆ ਔਰ ਜਿਹੜਾ ਪ੍ਰਭੂ ਜੀ ਹੈ ਉਹ ਸਾਧ ਦੀ ਰਸਨਾ ਵਿੱਚ ਵਸ ਗਏ। ਨਾਨਕ ਜਨ ਕਾ ਦਾਸਨ ਦਸਨਾ। ਨਾਨਕ ਜਿਹੜੇ ਨੇ ਉਹ ਦੱਸ ਰਹੇ ਨੇ, ਇਹ ਗੱਲਾਂ ਦਾਸਾਂ ਨੂੰ ਦੱਸ ਰਹੇ ਨੇ। ਆਪਣੇ ਆਪ ਨੂੰ ਵੀ ਗੁਰੂ ਸਾਹਿਬ ਦਾਸਾਂ ਦੇ ਦਾਸ ਦੱਸ ਰਹੇ ਨੇ। ਦਾਸਾਂ ਦੇ ਦਾਸ ਮਤਲਬ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਪ੍ਰਭੂ ਦਾ ਦਾਸ ਦੱਸਦੇ ਨੇ। ਉਹ ਗੁਰੂ ਅਰਜਨ ਦੇਵ ਜੀ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦਾ ਦਾਸ ਦੱਸ ਰਹੇ ਨੇ। ਇਸ ਕਰਕੇ ਦੋ ਵਾਰੀ ਆਇਆ ਦਾਸਨ ਦੱਸਣਾ, ਦੱਸਦਾ ਪਿਆ ਕਿ ਮੈਂ ਉਹਨਾਂ ਦਾ ਵੀ ਦਾਸ ਹਾਂ। ਪ੍ਰਭ ਕੋ ਸਿਮਰੈ ਸੇ ਧਨਵੰਤੇ। ਪ੍ਰਭੂ ਦਾ ਸਿਮਰਨ ਕਰਨ ਵਾਲੇ ਕੋਲ ਸਿਮਰਨ ਦਾ ਧਨ ਰਹਿੰਦਾ ਹੈ, ਨਾਮ ਦਾ ਧਨ ਰਹਿੰਦਾ ਹੈ। ਡਾਲਰ ਨਹੀਂ ਰਹਿੰਦੇ, ਲੇਕਿਨ ਡਾਲਰ ਤੋਂ ਵੀ ਜਿਹੜਾ ਕਰੰਸੀ ਪੂਰੇ ਵਰਲਡ ਵਿੱਚ ਚੱਲਦੀ ਹੈ, ਪਰਮਾਤਮਾ ਦੇ ਘਰ ਜਿਹੜੀ ਕਰੰਸੀ ਚੱਲਦੀ ਹੈ ਉਹ ਨਾਮ ਦੀ ਰਹਿੰਦੀ ਹੈ। ਡਾਲਰ ਪੂਰੇ ਵਰਲਡ ਵਿੱਚ ਚੱਲਦਾ ਹੈ, ਰੁਪਇਆ ਸਿਰਫ ਇੰਡੀਆ ਵਿੱਚ ਹੀ ਚੱਲਦਾ ਹੈ। ਡਾਲਰ ਵਰਲਡ ਵਿੱਚ ਚੱਲਦਾ, ਲੇਕਿਨ ਡਾਲਰ ਜਿਹੜਾ ਹੈ ਉੱਤੇ ਨਹੀਂ ਜਾਂਦਾ ਜਿੱਥੇ ਪ੍ਰਭੂ ਦਾ ਦਰਵਾਜ਼ਾ ਹੈ, ਉੱਥੇ ਨਾਮ ਦਾ ਧਨ ਜਾਂਦਾ ਹੈ। ਪ੍ਰਭ ਕੋ ਸਿਮਰੈ ਸੇ ਪਤਵੰਤੇ। ਜਿਹੜਾ ਪ੍ਰਭੂ ਦਾ ਸਿਮਰਨ ਕਰਦੇ ਨੇ ਉਹ ਪ੍ਰੈਸਟੀਜੀਅਸ ਰਹਿੰਦੇ ਨੇ, ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪਰਵਾਨ। ਜੋ ਪ੍ਰਭੂ ਦਾ ਸਿਮਰਨ ਕਰਦੇ ਨੇ ਉਹਨਾਂ ਨੂੰ ਪ੍ਰਵਾਨਗੀ ਪ੍ਰਾਪਤ ਹੋ ਜਾਂਦੀ ਹੈ। ਉਹਨਾਂ ਨੂੰ ਇਸ ਦਰਗਾਹ ਵਿੱਚ ਰਹਿਣ ਦੀ ਪ੍ਰਵਾਨਗੀ ਜਾਂ ਪਰਮਿਟ ਜਾਂ ਪਰਮਿਸ਼ਨ ਮਿਲ ਜਾਂਦੀ ਹੈ। ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭੂ ਦਾ ਸਿਮਰਨ ਕਰਨ ਵਾਲੇ ਜਿਹੜੇ ਪੁਰਖ ਹੈਗੇ ਨੇ ਉਹ ਪ੍ਰਧਾਨ ਹੈਗੇ ਨੇ, ਉਹ ਮੇਨ ਹੈਗੇ ਨੇ, ਉਹ ਲੀਡਰ ਹੈਗੇ ਨੇ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ। ਪ੍ਰਭੂ ਦਾ ਸਿਮਰਨ ਕਰਨ ਵਾਲੇ ਉਹਨਾਂ ਨੂੰ ਕਿਸੇ ਦਾ ਮੋਹ ਨਹੀਂ ਰਹਿੰਦਾ। ਉਹ ਆਪਣੇ ਆਪ ਹੀ ਪ੍ਰਭੂ ਦੇ ਨਾਲ ਮਿਲੇ ਰਹਿੰਦੇ ਨੇ, ਉਹ ਕਿਸੇ ਚੀਜ਼ ਦੇ ਮੁਹਤਾਜ ਨਹੀਂ ਰਹਿੰਦੇ। ਪ੍ਰਭ ਕੋ ਸਿਮਰੈ ਸੇ ਸਰਬ ਕੋ ਰਾਜੇ। ਉਹ ਸਾਰਿਆਂ ਦੇ ਰਾਜੇ ਰਹਿੰਦੇ ਨੇ ਪ੍ਰਭੂ ਦਾ ਸਿਮਰਨ ਕਰਨ ਵਾਲੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ। ਉਹ ਸੁੱਖਾਂ ਵਿੱਚ ਵਾਸ ਕਰਦੇ ਨੇ ਜਿਹੜਾ ਪ੍ਰਭੂ ਦਾ ਸਿਮਰਨ ਕਰਦੇ ਨੇ। ਪ੍ਰਭ ਕੋ ਸਿਮਰੈ ਸਦਾ ਅਬਿਨਾਸੀ। ਉਹਨਾਂ ਦਾ ਕਦੀ ਵੀ ਨਾਸ਼ ਨਹੀਂ ਹੁੰਦਾ ਜਿਹੜਾ ਪ੍ਰਭੂ ਦਾ ਸਿਮਰਨ ਕਰਦੇ ਨੇ। ਅਰਥਾਤ ਸਰੀਰ ਭਾਵੇਂ ਨਾਸ਼ ਹੋ ਜਾਏ, ਲੇਕਿਨ ਉਹਨਾਂ ਦਾ ਜਿਹੜਾ ਸੂਖਮ ਸਰੀਰ ਹੈ ਜਾਂ ਆਤਮਾ ਹੈ ਜਾਂ ਕਾਂਸ਼ੀਅਸਨੈਸ ਹੈ ਉਹ ਅਬਨਾਸ਼ ਨਹੀਂ ਹੁੰਦੀ, ਉਹ ਖਤਮ ਨਹੀਂ ਹੁੰਦੀ ਹੈ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ।
ਜੇ ਦਇਆਲ ਚਾਹੇਗਾ ਤਾਂ ਤੁਹਾਨੂੰ ਸਿਮਰਨ ਵਿੱਚ ਲਗਾਏਗਾ, ਅਦਰਵਾਈਜ਼ ਯੂ ਵਿਲ ਬੀ ਆਊਟ। ਨਾਨਕ ਜਨ ਕੇ ਮੰਗੇ ਰਵਾਲਾ, ਨਾਨਕ ਐਸੇ ਜਨਾਂ ਦੀ ਧੂੜ ਮੰਗਦਾ ਹੈ, ਰਵਾਲ ਮੰਗਦਾ ਉਹਨਾਂ ਦੇ ਪੈਰਾਂ ਦੀ ਧੂੜ ਜਿਹੜੀ ਆਪਣੇ ਮੱਥੇ ਤੇ ਲਾਉਂਦਾ। ਗੁਰੂ ਸਾਹਿਬ ਬੋਲ ਰਹੇ ਨੇ, ਪ੍ਰਭ ਕੋ ਸਿਮਰੇ ਸੇ ਪਰਉਪਕਾਰੀ, ਜਿਨ੍ਹਾਂ ਨੇ ਪ੍ਰਭੂ ਦਾ ਸਿਮਰਨ ਕੀਤਾ ਉਹ ਉਹਨਾਂ ਨੇ ਪਰਉਪਕਾਰ ਕੀਤਾ ਹੈ। ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ, ਪ੍ਰਭੂ ਦਾ ਸਿਮਰਨ ਕਰਨ ਵਾਲੇ ਜਿਹੜੇ ਨੇ ਉਹ ਬਲਹਾਰੀ ਹੈਗੇ ਨੇ, ਉਹ ਆਪਣੇ ਪ੍ਰਭੂ ਦੇ ਉੱਤੇ ਉਹਨਾਂ ਨੇ ਸੈਕਰੀਫਾਈਸ ਕਰ ਦਿੱਤਾ ਆਪਣੇ ਆਪ ਨੂੰ। ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭੂ ਦਾ ਸਿਮਰਨ ਕਰਨ ਵਾਲਿਆਂ ਦਾ ਮੁਖ ਜਿਹੜਾ ਹੈਗਾ ਉਹ ਸੁਭਾਇਮਾਨ ਹੁੰਦਾ ਹੈ। ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ, ਪ੍ਰਭੂ ਦਾ ਸਿਮਰਨ ਕਰਨ ਵਾਲੇ ਨੂੰ ਸੁਖ ਜਿਹੜੇ ਹਨ ਉਹ ਹਮੇਸ਼ਾ ਮਿਲਦੇ ਰਹਿੰਦੇ ਨੇ। ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਜਿਹੜਾ ਪ੍ਰਭੂ ਦਾ ਸਿਮਰਨ ਕਰਦੇ ਨੇ ਉਹ ਆਪਣੀ ਆਤਮਾ ਨੂੰ ਜਿੱਤ ਲੈਂਦੇ ਨੇ। ਪ੍ਰਭ ਕੋ ਸਿਮਰਨ ਤਿਨ ਨਿਰਮਲ ਰੀਤਾ, ਪ੍ਰਭੂ ਦਾ ਸਿਮਰਨ ਕਰਨਾ ਇੱਕ ਨਿਰਮਲ ਰੀਤ ਹੈਗੀ, ਬਹੁਤ ਚੰਗੀ ਔਰ ਸੁਪਰਫਾਈਨ ਜਿਹੜੀ ਹੈ ਮੈਥਡ ਹੈ, ਪ੍ਰੋਸੀਜਰ ਹੈ। ਪ੍ਰਭ ਕੋ ਸਿਮਰੇ ਤਿਨ ਅਨੰਦ ਘਨੇਰੇ, ਪ੍ਰਭੂ ਦਾ ਸਿਮਰਨ ਕਰਨ ਵਾਲਿਆਂ ਨੂੰ ਅਨੇਕ ਆਨੰਦ ਰਹਿੰਦੇ ਨੇ, ਘਨੇਰੇ ਬਹੁਤ ਬਲਿਸਫੁਲ ਰਹਿੰਦੇ ਨੇ। ਪ੍ਰਭ ਕੋ ਸਿਮਰੇ ਬਸੇ ਹਰ ਨੇੜੇ, ਪ੍ਰਭੂ ਦਾ ਸਿਮਰਨ ਕਰਨ ਵਾਲੇ ਹਰੀ ਦੇ ਨੇੜੇ ਵਸਦੇ ਨੇ, ਅਰਥਾਤ ਹਰੀ ਉਹਨਾਂ ਦੇ ਨੇੜੇ ਵਸਦਾ। ਸੰਤ ਕਿਰਪਾ ਤੇ ਅੰਦਿਨ ਜਾ, ਸੰਤ ਦੀ ਕਿਰਪਾ ਹੋਵੇ ਤਾਂ ਮਨੁੱਖ ਜਿਹੜਾ ਰਾਤ ਦਿਨ ਜਾਗਰਤ ਅਵਸਥਾ ਵਿੱਚ ਰਹਿੰਦਾ ਹੈ। ਨਾਨਕ ਸਿਮਰਨ ਪੂਰੇ ਭਾਗ, ਨਾਨਕ ਕਹਿੰਦੇ ਨੇ ਭਾਈ ਸਿਮਰਨ ਉਹੀ ਕਰ ਸਕਦਾ ਜਿਹਦੇ ਭਾਗ ਵਿੱਚ ਲਿਖਿਆ ਹੋਏ, ਜਿਹਦੇ ਪੂਰੇ ਭਾਗ ਹੋਣ। ਜੇ ਪੂਰੇ ਭਾਗ ਨਹੀਂ ਹੋਣ ਤਾਂ ਉਹ ਸਿਮਰਨ ਨਹੀਂ ਕਰ ਸਕਦਾ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭੂ ਦਾ ਸਿਮਰਨ ਕਰਨ ਨਾਲ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ। ਪ੍ਰਭ ਕੇ ਸਿਮਰਨ ਕਬੂ ਨਾ ਝੂਰੇ, ਪ੍ਰਭੂ ਦਾ ਸਿਮਰਨ ਕਰਨ ਨਾਲ ਕਦੇ ਵੀ ਉਹ ਡੋਲ ਨਹੀਂ ਸਕਦਾ। ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭੂ ਦਾ ਸਿਮਰਨ ਕਰਨ ਨਾਲ ਜਿਹੜੀ ਬਾਣੀ ਹੈਗੀ ਹਰੀ ਦੀ ਗੁਣਾ ਗਾਉਣ ਵਾਲੀ ਬਾਣੀ ਹੈ ਮਿਲ ਜਾਂਦੀ ਹੈ। ਪ੍ਰਭ ਕੇ ਸਿਮਰਨ ਸਹਿਜ ਸਮਾਨੀ, ਸਹਿਜ ਵਿੱਚ ਸਮਾ ਜਾਂਦਾ ਹੈ ਮਨੁੱਖ, ਸਹਿਜ ਅਵਸਥਾ ਵਿੱਚ ਚਲਾ ਜਾਂਦਾ ਹੈ, ਅਰਥਾਤ ਉਹ ਐਸੀ ਬਲਿਸਫੁਲ ਸਟੇਟ ਵਿੱਚ ਚਲਾ ਜਾਂਦਾ ਜਿੱਥੇ ਪਲੇਜ਼ਰਫੁਲ ਹੀ ਉਹਦੇ ਮਨ ਵਿੱਚ ਵਿਚਾਰ ਔਰ ਭਾਵ ਰਹਿੰਦੇ ਨੇ। ਪ੍ਰਭ ਕੇ ਸਿਮਰਨ ਨਿਸ਼ਚਲ ਆਸਨ, ਉਸ ਜਗ੍ਹਾ 'ਤੇ ਆਸਨ ਡੋਲਦਾ ਨਹੀਂ ਹੈ, ਇੱਕਦਮ ਕਾਨਸਟੈਂਟ ਰਹਿੰਦਾ ਹੈ। ਵਿਚਾਰ ਜਿਹੜੇ ਇਕਾਗਰ ਰਹਿੰਦੇ ਨੇ, ਮਨੁੱਖ ਜਿਹੜਾ ਹੈ ਬਲਿਸਫੁਲ ਰਹਿੰਦਾ ਹੈ, ਡੋਲਣਾ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਸਟੇਟ ਆਫ ਮਾਈਂਡ ਜਿਹੜੀ ਉਸ ਨੂੰ ਮਿਲ ਜਾਂਦੀ ਹੈ। ਪ੍ਰਭ ਕੇ ਸਿਮਰਨ ਕਮਲ ਵਿਗਾਸਨ, ਪ੍ਰਭੂ ਦੇ ਸਿਮਰਨ ਕਰਨ ਨਾਲ ਕਮਲ ਜਿਹੜੇ ਨੇ ਚੱਕਰਾਂ ਵਿੱਚ ਕਮਲ ਜਿਹੜੇ ਨੇ ਉਹ ਵਿਕਸਿਤ ਹੋ ਜਾਂਦੇ ਨੇ। ਪ੍ਰਭ ਕੇ ਸਿਮਰਨ ਅਨਹਦ ਝੁਨਕਾਰ, ਫਿਰ ਇੱਕ ਅਨਾਹਤ ਧੁਨ ਜਿਹੜੀ ਹੈ ਝੁਨਕਾਰ, ਅਨਾਹਤ ਨਾਦ ਜਿਹੜਾ ਅਨਸਟਰਕ ਸਾਊਂਡ, ਉਹਦੀ ਝੁਨਕਾਰ ਜਿਹੜੀ ਹੈ ਸੁਣਾਈ ਪੈਣ ਲੱਗਦੀ ਹੈ। ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਪੰਚਮ ਪਾਤਸ਼ਾਹ ਕਿ ਸਿਮਰਨ ਦਾ ਕੋਈ ਅੰਤ ਨਹੀਂ, ਉਹਦਾ ਪਾਰ ਨਹੀਂ ਲਿਖਿਆ ਜਾ ਸਕਦਾ। ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ, ਜਿਨ੍ਹਾਂ ਦੇ ਉੱਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ ਉਹੀ ਸਿਮਰਨ ਕਰ ਸਕਦੇ ਨੇ, ਉਹੀ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਸਕਦੇ ਨੇ ਜਿਨ੍ਹਾਂ ਦੇ ਉੱਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ। ਨਾਨਕ ਤਿੰਨ ਜਨ ਸਰਣੀ ਪਾਇਆ, ਉਹਨਾਂ ਨੂੰ ਹੀ ਆਪਣੀ ਸ਼ਰਨ ਵਿੱਚ ਪਾ ਲੈਂਦੇ ਨੇ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰੀ ਦਾ ਸਿਮਰਨ ਕਰਨ ਵਾਲੇ ਭਗਤ ਜਿਹੜੇ ਨੇ ਆਪੇ ਹੀ ਪ੍ਰਗਟ ਹੋ ਜਾਂਦੇ ਨੇ। ਹਰ ਸਿਮਰਨ ਲਗ ਵੇਦ ਉਪਾਏ, ਹਰੀ ਦਾ ਸਿਮਰਨ ਕਰਨ ਵਾਲੇ ਨੇ ਵੇਦ ਔਰ ਅਨੇਕ ਗਿਆਨਵਾਨ ਚੀਜ਼ਾਂ ਜਿਹੜੀਆਂ ਨੇ ਉਪਲਬਧ ਕਰਾ ਦਿੱਤੀਆਂ ਨੇ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰੀ ਦਾ ਸਿਮਰਨ ਕਰਨ ਨਾਲ ਹੀ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ। ਮਨੁੱਖ ਜਤੀ ਦੀ ਸਟੇਜ ਵਿੱਚ ਆ ਜਾਂਦਾ ਹੈ ਔਰ ਦਾਤੇ ਵੀ ਬਣ ਜਾਂਦੇ ਨੇ। ਹਰ ਸਿਮਰਨ ਨੀਚ ਚੌਕੁੰਟ ਜਾਤੇ, ਹਰੀ ਦਾ ਸਿਮਰਨ ਕਰਨ ਨਾਲ ਚਾਰੇ ਕੁੰਟਾਂ ਦਾ ਜਿਹੜਾ ਫਲ ਹੈਗਾ ਉਹ ਜਿਹੜਾ ਹੈ ਮਨੁੱਖ ਨੂੰ ਅੱਛੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ। ਹਰ ਸਿਮਰਨ ਧਾਰੀ ਸਭ ਧਰਨਾ, ਹਰੀ ਦਾ ਸਿਮਰਨ ਕਰਨ ਨਾਲ ਜਿਤਨੀ ਵੀ ਧਾਰਨਾਵਾਂ ਹਨ ਉਹ ਮਨੁੱਖ ਜਿਹੜਾ ਹੈ ਧਰ ਸਕਦਾ ਹੈ। ਸਿਮਰ ਸਿਮਰ ਹਰ ਕਾਰਨ ਕਰਨਾ, ਜੋ ਵੀ ਆਪਾਂ ਨੂੰ ਕਾਰਨ ਕਰਨਾ ਉਹ ਸਿਮਰ ਕੇ ਪ੍ਰਭੂ ਨੂੰ ਯਾਦ ਕਰਕੇ ਕਰਨਾ ਚਾਹੀਦਾ ਹੈ। ਹਰ ਸਿਮਰਨ ਕੀਓ ਸਗਲ ਅਕਾਰਾ,
ਹਰ ਸਿਮਰਨ ਕਰਕੇ ਹੀ ਜਿਤਨੇ ਆਕਾਰ ਹੋਏ ਨੇ ਉਹ ਹਰੀ ਦਾ ਸਿਮਰਨ ਹੋਤੇ ਹੀ ਹੋਏ ਨੇ। ਹਰ ਸਿਮਰਨ ਮੈਂ ਆਪ ਨਿਰੰਕਾਰਾ, ਹਰੀ ਦੇ ਸਿਮਰਨ ਵਿੱਚ ਆਪ ਪ੍ਰਭੂ ਨਿਰੰਕਾਰ ਵਸਦਾ ਹੈ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਉਸ ਵਿਅਕਤੀ ਨੂੰ ਹਰੀ ਦਾ ਸਿਮਰਨ ਪ੍ਰਾਪਤ ਹੈ ਜਿਸ ਨੂੰ ਪ੍ਰਭੂ ਆਪ ਬੁਝਾਉਂਦੇ ਨੇ, ਸਮਝਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।